ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚੋਜਾਂ ਦਾ ਵਰਣਨ ਕਰਨਾ ਬੜਾ ਹੀ ਔਖਾ ਹੈ। ਜਿਵੇਂ ਅਸਮਾਨ ਦੇ ਤਾਰੇ ਨਹੀਂ ਗਿਣੇ ਜਾਂਦੇ, ਤਿਵੇਂ ਤਾਰੇ ਹੋਏ ਸਿੱਖ ਨਹੀਂ ਗਿਣੇ ਜਾਂਦੇ। ਸਤਿਗੁਰੂ ਜੀ ਜੇ ਸ਼ਿਕਾਰ ਖੇਡਦੇ ਸਨ ਤਾਂ ਵੀ ਕਿਸੇ ਨਾ ਕਿਸੇ ਜੀ ਦਾ ਉਧਾਰ ਕਰਦੇ ਸਨ, ਤੇ ਜੇ ਉਪਦੇਸ਼ ਕਰਦੇ ਸਨ ਤਾਂ ਵੀ ਜੀਵਾਂ ਨੂੰ ਭਵਜਲ ਤੋਂ ਪਾਰ ਕਰਦੇ ਸਨ। ਪੰਛੀ ਤੇ ਪਸ਼ੂਆਂ ਦੇ ਪਿਛਲੇ ਜਨਮ ਦੇ ਭੇਤੀ ਹੋਣ ਕਰਕੇ ਸਭ ਦਾ ਖਿਆਲ ਰੱਖਦੇ ਸਨ। ਸਾਹਿਬਾਂ ਨੇ ਇੱਕ ਦਿਨ ਤਿੱਤਰ ਮਾਰਿਆ, ਉਸ ਦੇ ਵਿੱਚ ਵੀ ਕੋਈ ਭੇਤ ਸੀ। ਸੱਚੇ ਪਾਤਸ਼ਾਹ ਕੌਤਕ ਕਰਦੇ ਹੋਏ ਭਾਈ ਦਾਨੇ ਨਾਲ ਉਸ ਦੇ ਪਿੰਡ ਦਾਨੇਵਾਲ ਨੂੰ ਜਾ ਰਹੇ ਸਨ, ਕਿਉਂਕਿ ਉਸ ਦੀ ਰੀਝ ਸੀ ਕਿ ਸਤਿਗੁਰੂ ਜੀ ਉਸ ਦੇ ਪਿੰਡ ਜ਼ਰੂਰ ਜਾਣ, ਕਿਉਂਕਿ ਉਹ ਪੂਰਾ ਮੁਰੀਦ ਬਣ ਚੁੱਕਾ ਸੀ। ਤਨ ਮਨ ਤੇ ਧਨ ਉਸਨੇ ਸਤਿਗੁਰੂ ਜੀ ਦੇ ਹਵਾਲੇ ਕਰ ਦਿੱਤਾ ਸੀ। ਸਤਿਗੁਰੂ ਜੀ ਵੀ ਉਸ ਉੱਤੇ ਬਹੁਤ ਪ੍ਰਸੰਨ ਸਨ, ਉਸ ਨੂੰ ਮਾਲਵੇ ਦੀ ਇੱਜ਼ਤ ਸਮਝਦੇ ਸਨ। ਉਹ ਵੀ ਸੇਵਾ ਕਰਦਾ ਹੋਇਆ ਥੱਕਦਾ ਨਹੀਂ ਸੀ। ਸਾਹਿਬ ਰੁਮਾਣੇ ਪੁੱਜੇ, ਉਹਨਾਂ ਨੇ ਉੱਥੇ ਇੱਕ ਘੋਗੜ ਜਾਨਵਰ ਦੇਖਿਆ ਤੇ ਸਾਹਿਬਾਂ ਨੇ ਉਸ ਨੂੰ ਆਪਣੇ ਤੀਰ ਨਾਲ ਮਾਰ ਦਿੱਤਾ। ਜਦੋਂ ਉਹ ਜਾਨਵਰ ਮਾਰਿਆ ਗਿਆ ਤਾਂ ਭਾਈ ਦਾਨ ਸਿੰਘ ਨੇ ਬੇਨਤੀ ਕਰਕੇ ਪੁੱਛਿਆ, ਮਹਾਰਾਜ ਜੀ ਇਹ ਕੀ ਕੌਤਕ ਹੈ, ਇਸ ਨੂੰ ਤੁਸੀਂ ਕਿਉਂ ਮਾਰਿਆ ਹੈ? ਸਤਿਗੁਰੂ ਜੀ ਬੋਲੇ, ਭਾਈ ਦਾਨਿਆ ਇਸ ਨੂੰ ਮਾਰਿਆ ਨਹੀਂ ਗਿਆ, ਸਗੋਂ ਜੀ ਦਾਨ ਦਿੱਤਾ ਗਿਆ ਹੈ। ਇਹ ਇੱਕ ਪਾਪੀ ਪੁਰਸ਼ ਸੀ। ਇਹ ਰਾਜਾ ਸੀ, ਬਹੁਤ ਹੀ ਦੁਸ਼ਟ ਤੇ ਦੁਰਾਚਾਰੀ ਸੀ। ਇੱਕ ਦਿਨ ਇਸ ਨੇ ਕਾਮਵਸ ਹੋ ਕੇ ਇੱਕ ਮਾਸੂਮ ਕੰਨਿਆ ਨੂੰ ਫੜ ਲਿਆ, ਮੱਲੋ ਮੱਲੀ ਧੱਕੇ ਨਾਲ ਉਹਦੇ ਨਾਲ ਮੂੰਹ ਕਾਲਾ ਕੀਤਾ। ਉਸ ਕੰਨਿਆ ਨੇ ਇਸ ਨੂੰ ਸ਼ਰਾਪ ਦਿੱਤਾ ਕਿ ਤੂੰ ਮਰ ਕੇ ਘੋਗੜ ਬਣੇ ਤੇ ਦੁਖੀ ਹੋ ਕੇ ਗੰਦਮੰਦ ਖਾਇਆ ਕਰੇ। ਪਾਪ ਕਰਮ ਦਾ ਫਲ ਪਾਪ ਹੁੰਦਾ ਹੈ। ਉਹ ਕੰਨਿਆ ਜ਼ਹਿਰ ਖਾ ਕੇ ਮਰ ਗਈ। ਉਸ ਕਾਰਨ ਰਾਜਾ ਘੋਗੜ ਬਣਿਆ ਤੇ ਹੁਣ ਤੱਕ ਦੁੱਖ ਚੱਲਦਾ ਆਇਆ। ਅੱਜ ਇਸ ਦੇ ਦੁੱਖ ਦਾ ਅੰਤ ਹੋ ਗਿਆ। ਹੁਣ ਇਹ ਭ੍ਰਿਸ਼ਟ ਜੁਨੀ ਵਿੱਚੋਂ ਛੁਟਕਾਰਾ ਪਾ ਲਏਗਾ। ਇਉਂ ਸਾਖੀ ਸੁਣਾ ਕੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ, ਹੇ ਭਾਈ ਦਾਨ ਸਿੰਘ, ਕਿਸੇ ਸਿੱਖ ਨੂੰ ਕਦੀ ਵੀ ਕਾਮਵਸ ਹੋ ਕੇ ਕਿਸੇ ਪਰ ਨਾਰੀ ਨਾਲ ਧੱਕਾ ਨਹੀਂ ਕਰਨਾ ਚਾਹੀਦਾ। ਜਿਹੜੇ ਪਰ ਨਾਰੀ ਨਾਲ ਗਮਨ ਕਰਨ ਵਾਲੇ ਹੁੰਦੇ ਹਨ, ਉਹਨਾਂ ਦਾ ਜਨਮ ਨਸ਼ਟ ਹੋ ਜਾਂਦਾ ਹੈ। ਇਉਂ ਉਪਦੇਸ਼ ਕਰਕੇ ਸਾਹਿਬ ਸਮਾਧੀ ਲਾ ਕੇ ਬੈਠੇ। ਕਿੰਨਾ ਚਿਰ ਸੱਚੇ ਪਾਤਸ਼ਾਹ ਜੀ ਦੀ ਸਮਾਧੀ ਲੱਗੀ ਰਹੀ। ਰੋਮਾਣੇ ਦੇ ਨੇੜੇ ਹੀ ਥੇੜੀ ਪਿੰਡ ਵਿੱਚ ਇੱਕ ਮੁਸਲਮਾਨ ਦਾ ਮਕਬਰਾ ਸੀ। ਉਸ ਵਿੱਚ ਮੁਸਲਮਾਨ ਤਾਂ ਨਹੀਂ ਸੀ ਰਹਿੰਦਾ, ਪਰ ਇੱਕ ਕੰਨ ਪਾਟਿਆਂ ਵਾਲਾ ਜੋਗੀ ਰਹਿੰਦਾ ਸੀ। ਇਹ ਜੋਗੀ ਬਹੁਤ ਹੰਕਾਰੀ ਸੀ। ਕੁਝ ਕੁ ਕਰਾਮਾਤਾਂ ਵੀ ਉਸ ਦੇ ਕੋਲ ਸਨ। ਸਾਹਿਬ ਸੱਚੇ ਪਾਤਸ਼ਾਹ ਉਸ ਦੇ ਕੋਲ ਚਲੇ ਗਏ। ਉਸਨੇ ਸਾਹਿਬਾਂ ਨੂੰ ਕਿਹਾ, ਕੋਈ ਕਰਾਮਾਤ ਦਿਖਾਓ। ਸਤਿਗੁਰੂ ਜੀ ਨੇ ਉੱਤਰ ਦਿੱਤਾ, ਕਰਾਮਾਤ ਦਿਖਾਉਣੀ ਨਹੀਂ ਚਾਹੀਦੀ। ਇਹ ਕਹਿਰ ਰੂਪ ਹੁੰਦੀ ਹੈ, ਕਿਸੇ ਨਾ ਕਿਸੇ ਦਾ ਨੁਕਸਾਨ ਜ਼ਰੂਰ ਹੋ ਜਾਂਦਾ ਹੈ। ਸਾਹਿਬਾਂ ਦਾ ਇਹ ਉੱਤਰ ਸੁਣ ਕੇ ਵੀ ਜੋਗੀ ਨੇ ਦਮ ਨਾ ਲਿਆ। ਉਸਨੇ ਹੋਰ ਜ਼ਿੱਦ ਕੀਤੀ। ਜਦ ਉਹ ਜ਼ਿੱਦ ਕਰੀ ਗਿਆ ਤਾਂ ਸਾਹਿਬਾਂ ਨੇ ਰੱਤਾ ਨੈਣ ਮੁੰਦੇ। ਬਸ ਉਹਨਾਂ ਨੈਣਾਂ ਦੇ ਮੁੰਦਨ ਦੀ ਢਿੱਲ ਸੀ ਕਿ ਜੋਗੀ ਦਾ ਹਿਰਦਾ ਕੰਬ ਉੱਠਿਆ। ਉਸ ਦੀ ਸਾਰੀ ਸ਼ਕਤੀ ਨਸ਼ਟ ਹੋ ਗਈ। ਉਹਦੀਆਂ ਰਿੱਧੀਆਂ ਸਿੱਧੀਆਂ ਉੱਡ ਗਈਆਂ। ਪਹਿਲਾਂ ਉਹ ਦੂਰ ਸ਼ਹਿਰਾਂ ਤੋਂ ਰੋਟੀ ਖਾ ਕੇ ਆ ਜਾਂਦਾ ਸੀ, ਪਰ ਹੁਣ ਉਹ ਹਿੱਲਣ ਜੋਗਾ ਵੀ ਨਾ ਰਿਹਾ। ਉਸਨੇ ਸਤਿਗੁਰੂ ਜੀ ਨੂੰ ਕਿਹਾ, ਮਾੜਾ ਕੀਤਾ ਹੈ, ਤੁਸਾਂ ਤਾਂ ਮੇਰੀ ਹੀ ਸ਼ਕਤੀ ਨਸ਼ਟ ਕਰ ਦਿੱਤੀ। ਸਾਹਿਬਾਂ ਨੇ ਮੁਸਕਰਾ ਕੇ ਬਚਨ ਕੀਤਾ, ਤੁਸਾਂ ਨੂੰ ਤਾਂ ਪਹਿਲਾਂ ਹੀ ਕਿਹਾ ਸੀ ਕਿ ਕਰਾਮਾਤ ਨਹੀਂ ਦਿਖਾਉਣੀ ਚਾਹੀਦੀ। ਇਹ ਤੁਸਾਂ ਦੀ ਜ਼ਿੱਦ ਦਾ ਫਲ ਹੈ। ਹੁਣ ਇਹ ਥਾਂ ਛੱਡ ਦਿਓ ਤਾਂ ਉਹ ਕਰਾਮਾਤ ਤੁਹਾਡੇ ਕੋਲ ਆ ਜਾਏਗੀ। ਅੱਗੇ ਨੂੰ ਕਦੀ ਹੰਕਾਰ ਨਾ ਕਰਨਾ, ਨਾ ਕਿਸੇ ਸਾਧੂ ਫਕੀਰ ਨੂੰ ਕਹਿਣਾ ਕਿ ਉਹ ਅਜ਼ਮਤ ਦਿਖਾਵੇ। ਉਹ ਜੋਗੀ ਉਸ ਥਾਂ ਤੋਂ ਉੱਠ ਕੇ ਦੂਸਰੀ ਥਾਂ ਚਲਾ ਗਿਆ। ਫਿਰ ਸਤਿਗੁਰੂ ਜੀ ਨੇ ਉਸ ਥਾਂ ਤੋਂ ਅੱਗੇ ਕੂਚ ਕਰ ਦਿੱਤਾ। ਚਲਦੇ ਚਲਦੇ ਸਤਿਗੁਰੂ ਜੀ ਬੰਬੀਹੇ ਪਿੰਡ ਵਿੱਚ ਪੁੱਜ ਗਏ। ਉਸ ਪਿੰਡ ਦੀ ਸੰਗਤ ਨੇ ਬਹੁਤ ਪ੍ਰੇਮ ਕੀਤਾ। ਸਤਿਗੁਰੂ ਜੀ ਤੇ ਸਿੰਘਾਂ ਵਾਸਤੇ ਲੰਗਰ ਤਿਆਰ ਕਰਵਾਇਆ।
ਖੀਰ ਤੇ ਕੜਾਹ ਪ੍ਰਸ਼ਾਦ ਦੇ ਦੇਗੇ ਤਿਆਰ ਕੀਤੇ ਗਏ। ਉਹਨਾਂ ਦਾ ਸਿੱਖੀ ਪ੍ਰੇਮ ਵੇਖ ਕੇ ਸਤਿਗੁਰੂ ਜੀ ਉੱਥੇ 9 ਦਿਨ ਰਹੇ। 9 ਦਿਨ ਹੀ ਉਪਦੇਸ਼ ਕਰਦੇ ਰਹੇ। ਸਾਰੇ ਨਗਰ ਵਾਸੀਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਗਿਆ ਤੇ ਸਾਰੀਆਂ ਕੁਰੀਤੀਆਂ ਤੋਂ ਹਟਾਇਆ ਗਿਆ। ਇੱਥੇ ਹੀ ਪੰਜਾਬ ਦੇ ਕੁਝ ਹਿੱਸਿਆਂ ਦੀ ਸੰਗਤ ਦਰਸ਼ਨ ਕਰਨ ਵਾਸਤੇ ਆ ਪੁੱਜੀ। ਸਤਿਗੁਰੂ ਜੀ ਦੇ ਦਰਸ਼ਨਾਂ ਦੇ ਭੁੱਖੇ ਸਿੱਖ ਪਪੀਹੇ ਵਾਂਗ ਕੂਕਦੇ ਹੋਏ ਸਤਿਗੁਰੂ ਜੀ ਨੂੰ ਲੱਭ ਰਹੇ ਸਨ। ਉਹ ਬਹੁਤ ਵਿਆਕੁਲ ਹੋਏ। ਲੰਬਾ ਰਸਤਾ ਤੈਅ ਕਰਕੇ ਅਤੇ ਤਨਾਂ ਤੇ ਕਸ਼ਟ ਸਹਾਰ ਕੇ ਸਤਿਗੁਰੂ ਜੀ ਨੂੰ ਮਿਲੇ। ਕੁਝ ਮਾਝੇ ਦੇ ਚੌਧਰੀਆਂ ਨੇ ਲੋਕਾਂ ਨੂੰ ਪਤਾ ਦੇ ਦਿੱਤਾ ਕਿ ਸਤਿਗੁਰੂ ਜੀ ਮਾਲਵੇ ਵਿੱਚ ਹਨ। ਮੁਕਤਸਰ ਯੁੱਧ ਦੀਆਂ ਵੀ ਖਬਰਾਂ ਪਹੁੰਚ ਗਈਆਂ ਸਨ। ਇਸ ਕਰਕੇ ਸੰਗਤ ਬਹੁਤ ਘਰਾਂ ਤੋਂ ਤੁਰ ਪਈ ਸੀ। ਜਿਹੜੇ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਸਮੇਂ ਤੇ ਸਰਸਾ ਦੀ ਲੜਾਈ ਸਮੇਂ ਵਿਛੜ ਗਏ ਸਨ, ਉਹ ਵੀ ਸਤਿਗੁਰੂ ਜੀ ਨੂੰ ਲੱਭਦੇ ਫਿਰਦੇ ਸਨ। ਉਹਨਾਂ ਵਿੱਚੋਂ ਵੀ ਬਹੁਤੇ ਆ ਪੁੱਜੇ। ਸਾਰਿਆਂ ਸਿੰਘਾਂ ਨੇ ਰੱਜ ਕੇ ਦਰਸ਼ਨ ਕੀਤੇ, ਅਰਜ਼ਾਂ ਕੀਤੀਆਂ ਤੇ ਇਹ ਵੀ ਅਰਦਾਸ ਕੀਤੀ, ਦਾਤਾ ਭਵਜਲ ਦਾ ਡਰ ਜਾਨ ਖਿੱਚੀ ਜਾਂਦਾ ਹੈ, ਮਨ ਅਸ਼ਾਂਤ ਰਹਿੰਦਾ ਹੈ, ਸ਼ਾਂਤੀ ਬਖਸ਼ੋ ਤੇ ਦਇਆ ਕਰੋ। ਸਤਿਗੁਰੂ ਜੀ ਨੇ ਉਪਦੇਸ਼ ਕੀਤਾ, ਸਤਿਗੁਰੂ ਜੀ ਦੀ ਬਾਣੀ ਪੜ੍ਹਨੀ, ਦੇਸ਼ ਤੇ ਧਰਮ ਦੀ ਸੇਵਾ ਅਤੇ 10 ਨੋਹਾਂ ਦੀ ਕਿਰਤ ਕਮਾਈ ਕਰਕੇ ਰੋਟੀ ਖਾਣੀ ਆਦਿਕ ਚੰਗੇ ਗੁਣ ਦੱਸੇ ਤੇ ਮਨ ਉੱਤੇ ਕਾਬੂ ਪਾਉਣ ਦਾ ਉਪਦੇਸ਼ ਵੀ ਦਿੱਤਾ। ਉਸ ਸੰਗਤ ਵਿੱਚੋਂ ਕੁਝ ਸਿੰਘ ਤਾਂ ਵਾਪਸ ਘਰਾਂ ਨੂੰ ਚਲੇ ਗਏ ਤੇ ਕੁਝ ਉੱਥੇ ਹੀ ਵਾਹਿਗੁਰੂ ਦਾ ਸਿਮਰਨ ਕਰਨ ਤੇ ਸੇਵਾ ਕਰਨ ਵਾਸਤੇ ਰਹਿ ਪਏ। ਸਤਿਗੁਰੂ ਜੀ ਵਾਸਤੇ ਸੁੰਦਰ ਬਸਤਰ, ਘੋੜੇ ਤੇ ਗਹਿਣੇ ਆਦਿਕ ਬਹੁਮੁੱਲੀਆਂ ਵਸਤੂਆਂ ਵੀ ਆ ਪੁੱਜੀਆਂ। ਖਜ਼ਾਨੇ ਵਿੱਚ ਮਾਇਆ ਦਾ ਵਾਧਾ ਹੋਣ ਲੱਗ ਪਿਆ। ਲੰਗਰ ਅਟੁੱਟ ਚੱਲਣ ਲੱਗਾ। ਹਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਹੋ ਗਈਆਂ। ਦੁਸ਼ਮਣ ਬੱਦਲ ਰੂਪ ਵਿੱਚ ਆਏ ਤੇ ਆਪੇ ਹੀ ਸਮੇਂ ਦੀ ਹਵਾ ਨਾਲ ਉੱਡ ਗਏ। ਸਿੱਖੀ ਦਾ ਵਾਯੂਮੰਡਲ ਖਤਰੇ ਦੇ ਬੱਦਲਾਂ ਤੋਂ ਨਿਰਮਲ ਹੋ ਗਿਆ। ਸਿੰਘ ਭੌਰਿਆਂ ਵਾਂਗ ਅੰਮ੍ਰਿਤ ਦਾ ਆਨੰਦ ਲੈਣ ਲੱਗੇ। ਸਾਹਿਬ ਮਾਲਵੇ ਦੇ ਉਸ ਹਿੱਸੇ ਵਿੱਚ ਪੁੱਜੇ ਜਿਹੜਾ ਬਹੁਤ ਹੀ ਹਰਿਆਵਲ ਵਾਲਾ ਸੀ। ਉਸੇ ਇਲਾਕੇ ਵਿੱਚ ਹੀ ਭਾਈ ਦਾਨੇ ਦਾ ਪਿੰਡ ਸੀ। ਉਹ ਧਰਤੀ ਸਾਹਿਬਾਂ ਨੂੰ ਬਹੁਤ ਸੁੰਦਰ ਲੱਗੀ। ਪਿੰਡੋਂ ਪਿੰਡ ਜੀਵਾਂ ਨੂੰ ਉਤਾਰਦੇ ਹੋਏ ਸਤਿਗੁਰੂ ਜੀ ਅੱਗੇ ਤੁਰ ਗਏ। ਸਿੱਖ ਸੰਗਤਾਂ ਬਹੁਤ ਪਿਆਰ ਕਰਦੀਆਂ ਸਨ, ਇੰਨਾ ਪਿਆਰ ਕਿ ਜੋ ਬਿਆਨ ਨਹੀਂ ਕੀਤਾ ਜਾ ਸਕਦਾ। ਜਿਸ ਨਗਰ ਦੇ ਲਾਗਿਓਂ ਦੀ ਲੰਘਣ ਲੱਗਦੇ, ਉਸੇ ਹੀ ਨਗਰ ਦੇ ਲੋਕ ਉਹਨਾਂ ਨੂੰ ਰੋਕ ਲੈਂਦੇ, ਪ੍ਰਸ਼ਾਦ ਛਕਾਉਂਦੇ, ਦੁੱਧ ਪਿਆਉਂਦੇ ਅਤੇ ਕੱਪੜੇ ਅਤੇ ਨਗਦੀ ਦਿੰਦੇ ਸਨ। ਇਸ ਤਰ੍ਹਾਂ ਇੱਕ ਵਾਰ ਤੁਰੇ ਜਾ ਹੀ ਰਹੇ ਸਨ ਕਿ ਇੱਕ ਮੁਸਲਮਾਨ ਵਹਿਮੀ ਫਕੀਰ ਮਿਲ ਪਿਆ। ਉਹ ਬਹੁਤ ਹੀ ਪੁੱਜਿਆ ਹੋਇਆ ਸੂਫੀ ਫਕੀਰ ਸੀ। ਉਸ ਬਾਹਰੇ ਵਿੱਚ ਉਹਦੀਆਂ ਕਰਾਮਾਤਾਂ ਬਹੁਤ ਮਸ਼ਹੂਰ ਸਨ। ਉਹ ਸਤਿਗੁਰੂ ਜੀ ਦੀ ਸ਼ਰਨ ਆਇਆ। ਸਤਿਗੁਰੂ ਜੀ ਨੇ ਉਸ ਨੂੰ ਜੀ ਆਇਆਂ ਆਖਿਆ ਤੇ ਸੁਖ ਸ਼ਾਂਤ ਪੁੱਛੀ। ਉਸਨੇ ਕੁਝ ਚਿਰ ਬਚਨ ਬਿਲਾਸ ਕੀਤੇ ਤੇ ਸਤਿਗੁਰੂ ਜੀ ਦੇ ਨਾਲ ਹੀ ਤੁਰ ਪਿਆ। ਸਾਹਿਬ ਚਲਦੇ ਚਲਦੇ ਉਸ ਸਥਾਨ ਤੇ ਪੁੱਜੇ ਜਿੱਥੇ ਅੱਜ ਗੁਪਤਸਰ ਤੀਰਥ ਹੈ ਤੇ ਜਿੱਥੇ ਸਾਹਿਬਾਂ ਨੇ ਲੱਖੀ ਜੰਗਲ ਦਾ ਵਰ ਦਿੱਤਾ ਸੀ। ਉਸ ਥਾਂ ਤੋਂ ਭਾਈ ਦਾਨੇ ਦਾ ਪਿੰਡ ਕੋਈ 1.25 ਕੋਹ ਰਹਿੰਦਾ ਸੀ। ਸੂਰਜ ਅਸਤ ਹੋਣ ਲੱਗਾ। ਸਾਹਿਬਾਂ ਨੇ ਚੌਗਿਰਦੇ ਧਿਆਨ ਮਾਰਿਆ। ਚਾਰੇ ਪਾਸੇ ਕੁਦਰਤ ਦੀ ਸੁੰਦਰਤਾ ਹੱਸਦੀ ਹੋਈ ਨਜ਼ਰ ਆਈ। ਉੱਚੀਆਂ ਟਾਹਲੀਆਂ, ਹਰਿਆ ਹਰਿਆ ਘਾਹ ਅਤੇ ਕਿਤੇ ਕਿਤੇ ਚਮਕਦੀ ਰੇਤ ਦੇ ਟਿੱਬੇ ਸਨ। ਉਸ ਸੁਹਾਵਣੀ ਥਾਂ ਨੂੰ ਦੇਖ ਕੇ ਸਾਹਿਬ ਅਜੇ ਖਲੋਤੇ ਹੋਏ ਸਨ ਕਿ ਇੱਕ ਸਿੰਘ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਜੀ, ਸੋਦਰ ਦੇ ਪਾਠ ਦਾ ਸਮਾਂ ਹੋ ਗਿਆ ਹੈ। ਭਾਈ ਦਾਨੇ ਦਾ ਨਗਰ ਤਾਂ ਅਜੇ ਦੂਰ ਹੈ। ਹੁਕਮ ਕਰੋ ਕੀ ਕੀਤਾ ਜਾਏ। ਸੋਦਰ ਦਾ ਪਾਠ ਕਰਨਾ ਜ਼ਰੂਰੀ ਹੈ। ਸਤਿਗੁਰੂ ਜੀ ਨੇ ਹੁਕਮ ਕੀਤਾ, ਇੱਥੇ ਹੀ ਡੇਰਾ ਕਰੋ, ਇੱਥੇ ਹੀ ਸੋਦਰ ਦਾ ਪਾਠ ਕੀਤਾ ਜਾਵੇਗਾ। ਐਸੀ ਸੁੰਦਰ ਥਾਂ ਬੜੀ ਮੁਸ਼ਕਲ ਨਾਲ ਹੀ ਮਿਲਣੀ ਹੈ। ਮੇਰੇ ਵਾਹਿਗੁਰੂ ਦੇ ਕੌਤਕ ਨਿਰਾਲੇ ਹਨ। ਦੇਖੋ ਕੈਸਾ ਅਸਚਰਜ ਸਮਾਂ ਹੈ। ਜਿੱਧਰ ਦੇਖੀਏ ਅੱਖਾਂ ਉੱਧਰ ਹੀ ਰੁਕ ਜਾਂਦੀਆਂ ਹਨ। ਇਹ ਬਚਨ ਕਰਨ ਦੀ ਹੀ ਢਿੱਲ ਸੀ ਕਿ ਸਿੰਘਾਂ ਨੇ ਉੱਥੇ ਹੀ ਘੋੜੇ ਰੋਕ ਦਿੱਤੇ, ਜੰਗਲ ਵਿੱਚ ਡੇਰਾ ਲਾ ਦਿੱਤਾ। ਉਸੇ ਵੇਲੇ ਦਰੀਆਂ ਵਿਛ ਗਈਆਂ, ਦੀਵਾਨ ਲੱਗ ਗਿਆ ਤੇ ਸਾਰੇ ਸਿੰਘ ਬੈਠ ਗਏ। ਭਾਈ ਮਾਨ ਸਿੰਘ ਜੀ ਪਾਠ ਕਰਨ ਲੱਗੇ। ਸੋਦਰ ਰਹਿਰਾ ਸਾਹਿਬ ਦਾ ਪਾਠ ਹੋਣ ਲੱਗਾ। ਪਾਠ ਦੇ ਭੋਗ ਪੈਣ ਤੱਕ ਵਾਹਵਾ ਹਨੇਰਾ ਹੋ ਗਿਆ। ਦੀਵਿਆਂ, ਮਸ਼ਾਲਾਂ ਤੇ ਵਡੇਵਿਆਂ ਦੇ ਬਾਲਣ ਨਾਲ ਚਾਨਣ ਕੀਤਾ ਗਿਆ। ਹਨੇਰੀ ਰਾਤ ਸੀ ਪਰ ਤਾਰਾ ਮੰਡਲ ਨੇ ਚੰਦ ਜਿੰਨਾ ਚਾਨਣ ਕਰ ਦਿੱਤਾ। ਜੰਗਲ ਵਿੱਚ ਮੰਗਲ ਹੋ ਗਿਆ। ਅਸਚਰਜ ਲੀਲਾ ਹੈ ਵਾਹਿਗੁਰੂ ਜੀ। ਜਿੱਥੇ ਜੰਗਲ ਹੈ ਉੱਥੇ ਸ਼ਹਿਰ ਉਸਰ ਜਾਂਦੇ ਹਨ ਤੇ ਜਿੱਥੇ ਮਹਿਲ ਹਨ ਉੱਥੇ ਹਲ ਵਗ ਜਾਂਦੇ ਹਨ।
ਕਾਲ ਦਾ ਕੋਈ ਪਤਾ ਨਹੀਂ ਲੱਗਦਾ ਕਿ ਕੀ ਭਾਣਾ ਵਰਤਾਉਂਦਾ ਹੈ। ਭਾਈ ਦਾਨਾ ਪਿੰਡ ਜਾ ਕੇ ਗੁਰੂ ਕਾ ਲੰਗਰ ਤਿਆਰ ਕਰਵਾ ਕੇ ਲਿਆਇਆ। ਸਾਰੀ ਸੰਗਤ ਨੇ ਪ੍ਰਸ਼ਾਦ ਛਕਿਆ ਤੇ ਆਨੰਦ ਨਾਲ ਉੱਥੇ ਹੀ ਰਾਤ ਕੱਟੀ। ਅਗਲੇ ਦਿਨ ਚੌਗਿਰਦੇ ਦੇ ਨਗਰਾਂ ਨੂੰ ਪਤਾ ਲੱਗ ਗਿਆ ਕਿ ਸਤਿਗੁਰੂ ਜੀ ਆਏ ਹੋਏ ਹਨ। ਬਸ ਫੇਰ ਕੀ ਸੀ, ਲੋਕ ਹੁਮ-ਹੁਮਾ ਕੇ ਦਰਸ਼ਨਾਂ ਵਾਸਤੇ ਆ ਪੁੱਜੇ। ਕਿਸੇ ਨੇ ਦੁੱਧ, ਕਿਸੇ ਨੇ ਕੱਪੜਾ, ਕਿਸੇ ਨੇ ਘਿਓ, ਕਿਸੇ ਨੇ ਨਗਦੀ ਤੇ ਕਿਸੇ ਨੇ ਘੋੜੇ ਆਦਿਕ ਅਰਪਣ ਕੀਤੇ। ਪਲਾਂ ਵਿੱਚ ਹੀ ਭੰਡਾਰੇ ਭਰਪੂਰ ਹੋ ਗਏ। ਇਹ ਵੇਖ ਕੇ ਸਤਿਗੁਰੂ ਜੀ ਨੇ ਹੁਕਮ ਕੀਤਾ, ਇਹ ਤਾਂ ਲੱਖੀ ਜੰਗਲ ਹੈ। ਉਸ ਦਿਨ ਤੋਂ ਇਸ ਸਾਰੇ ਬਾਹਰੇ ਦਾ ਨਾਮ ਲੱਖੀ ਜੰਗਲ ਪੈ ਗਿਆ, ਜੋ ਹੁਣ ਤੱਕ ਪ੍ਰਚਲਿਤ ਹੈ। ਜਿਸ ਸਥਾਨ ਤੇ ਸਤਿਗੁਰੂ ਜੀ ਨੇ ਡੇਰਾ ਲਾਇਆ ਸੀ, ਉਸ ਦੇ ਨੇੜੇ ਦੇ ਇੱਕ ਨਗਰ ਵਿੱਚ ਸੂਮਾ ਚੌਧਰੀ ਰਹਿੰਦਾ ਸੀ। ਉਹ ਬੜਾ ਨੇਕ ਤੇ ਸਾਧੂ ਸੰਗੀ ਪੁਰਸ਼ ਸੀ। ਉਸ ਦੇ ਘਰ ਦੁੱਧ ਬਹੁਤ ਰਹਿੰਦਾ ਸੀ। ਜਦ ਵੀ ਕਦੀ ਉਹ ਕਿਸੇ ਸਾਧੂ ਸੰਤ ਨੂੰ ਵੇਖਦਾ ਤਾਂ ਉਹਦੇ ਦਰਸ਼ਨ ਕਰਨ ਜਾਂਦਾ ਤੇ ਨਾਲੇ ਦੁੱਧ ਲੈ ਕੇ ਜਾਂਦਾ। ਉਹ ਚਿੱਤ ਵਿੱਚ ਧਾਰਦਾ ਕਿ ਦੁੱਧ ਪੀਣ ਵਾਲਾ ਉਸ ਨੂੰ ਦੱਸੇ ਕਿ ਉਹਦਾ ਦੁੱਧ ਕਿਸ ਮੱਝ ਦਾ ਦੁੱਧ ਹੈ। ਮੱਝ ਦਾ ਰੰਗ, ਉਸ ਦੇ ਸਿੰਘ ਆਦਿਕ ਦੱਸ ਕੇ ਹੁਲੀਆ ਬਿਆਨ ਕਰੇ। ਜਿਹੜਾ ਸਾਧੂ ਜਾਂ ਫਕੀਰ ਉਸ ਨੂੰ ਦੱਸਦਾ, ਉਹਦਾ ਉਹ ਸੇਵਕ ਬਣ ਜਾਂਦਾ। ਸੂਮੇ ਨੂੰ ਇਹ ਗਿਆਨ ਨਹੀਂ ਸੀ ਕਿ ਸਾਧੂ ਫਕੀਰਾਂ ਦੀ ਪ੍ਰੀਖਿਆ ਕਰਨਾ ਠੀਕ ਨਹੀਂ, ਕਿਉਂਕਿ ਪ੍ਰੀਖਿਆ ਕਰਨ ਵਾਲੇ ਲੋਕ ਸਾਧੂਆਂ ਪਾਸੋਂ ਲਾਭ ਨਹੀਂ ਪ੍ਰਾਪਤ ਕਰ ਸਕਦੇ। ਉਹਨਾਂ ਦੇ ਹਿਰਦੇ ਅੰਦਰ ਹੰਕਾਰ ਹੀ ਰਹਿੰਦਾ ਹੈ। ਹੰਕਾਰ ਉਹ ਜਵਾਲਾ ਹੈ ਜੋ ਹਰ ਇੱਕ ਗਿਆਨ ਦੇ ਵਰ ਨੂੰ ਭਸਮ ਕਰ ਦਿੰਦੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਸੂਮੇ ਨੇ ਕੁਝ ਪ੍ਰਾਪਤ ਨਹੀਂ ਸੀ ਕੀਤਾ। ਉਹ ਘਾਟੇ ਵਿੱਚ ਹੀ ਗਿਆ ਸੀ। ਉਹਦੇ ਹਿਰਦੇ ਨੂੰ ਸਦੀਵੀ ਸ਼ਾਂਤ ਪ੍ਰਾਪਤ ਨਹੀਂ ਸੀ ਹੋਈ। ਵੱਡੀ ਗੱਲ ਇਹ ਹੈ ਕਿ ਉਸਦੇ ਘਰ ਜੋ ਮੱਝਾਂ ਸਨ, ਉਹ ਰੰਗ ਬਰੰਗੀਆਂ ਸਨ। ਉਸਨੇ ਬੂਰੀ ਮਹੀਂ ਦਾ ਦੁੱਧ ਲਿਆ ਕੇ ਗੁਰੂ ਜੀ ਦੇ ਅੱਗੇ ਰੱਖ ਕੇ ਨਮਸਕਾਰ ਕੀਤੀ। ਦੋਵੇਂ ਹੱਥ ਜੋੜ ਕੇ ਸਨਮੁਖ ਬੈਠ ਗਿਆ। ਸਾਹਿਬਾਂ ਦੇ ਚਿਹਰੇ ਵੱਲ ਵੇਖਿਆ, ਪਰ ਬਹੁਤਾ ਚਿਰ ਦੇਖ ਨਾ ਸਕਿਆ। ਉਹਦੀਆਂ ਅੱਖਾਂ ਮੱਲੋ ਮੱਲੀ ਨੀਵੀਆਂ ਹੋ ਗਈਆਂ। ਸਤਿਗੁਰੂ ਜੀ ਨੇ ਦੁੱਧ ਵੇਖਿਆ। ਦੁੱਧ ਨੂੰ ਅਣਪੀਤੇ ਹੀ ਸਤਿਗੁਰੂ ਜੀ ਨੇ ਬਚਨ ਕੀਤਾ, ਸੁਣਾ ਭਾਈ ਸੂਮਿਆ, ਖੁਸ਼ ਆਨੰਦ ਹੈ। ਇਹ ਬੂਰੀ ਮੱਝ ਦਾ ਦੁੱਧ ਲਿਆਇਆ ਹੈ। ਹੈਰਾਨੀ ਨਾਲ ਸੂਮੇ ਦਾ ਹਿਰਦਾ ਥਰਥਰਾ ਉੱਠਿਆ। ਉਹ ਹੈਰਾਨ ਸੀ ਕਿ ਉਸ ਦਾ ਨਾਮ ਵੀ ਸਤਿਗੁਰੂ ਜੀ ਨੇ ਦੱਸ ਦਿੱਤਾ ਤੇ ਉਹਦੇ ਮਨੋਭਾਵ ਨੂੰ ਵੀ ਪ੍ਰਗਟ ਕਰ ਦਿੱਤਾ। ਅੰਤਰਜਾਮੀ ਦਾਤੇ ਸਭ ਕੁਝ ਜਾਣ ਗਏ ਹਨ। ਇਹ ਸ਼ਕਤੀ ਵੇਖ ਕੇ ਉਸਨੇ ਗੁਰੂ ਚਰਨਾਂ ਉੱਤੇ ਦੁਬਾਰਾ ਨਮਸਕਾਰ ਕੀਤੀ ਤੇ ਨਾਲ ਹੀ ਆਖਿਆ, ਮਹਾਰਾਜ ਜੀ ਦਇਆ ਕਰੋ, ਇਹ ਦੁੱਧ ਪੀਵੋ। ਸਾਧੂ ਸੰਤਾਂ ਨੂੰ ਦੁੱਧ ਪਿਆਉਣ ਵਿੱਚ ਮੈਨੂੰ ਪ੍ਰਸੰਨਤਾ ਹੁੰਦੀ ਹੈ। ਸਤਿਗੁਰੂ ਜੀ ਨੇ ਦੁੱਧ ਛਕ ਲਿਆ, ਕੁਝ ਸਿੰਘਾਂ ਨੂੰ ਛਕਾ ਦਿੱਤਾ ਅਤੇ ਸੂਮਾ ਦੁੱਧ ਛਕਾ ਕੇ ਆਪਣੇ ਘਰ ਚਲਾ ਗਿਆ। ਘਰ ਜਾ ਕੇ ਉਸ ਨੂੰ ਸ਼ਾਂਤੀ ਨਾ ਆਈ। ਉਹ ਇਹ ਸੋਚਦਾ ਸੀ ਕਿ ਜੋ ਬੇਨਤੀ ਕਰਨੀ ਸੀ ਉਹ ਤਾਂ ਕੀਤੀ ਨਾ। ਫਿਰ ਉਸ ਨੂੰ ਵਿਚਾਰ ਆਇਆ ਕਿ ਉਹ ਹੋਰ ਪ੍ਰੀਖਿਆ ਕਰ ਲਵੇ। ਅਗਲੇ ਦਿਨ ਉਸਨੇ ਕਾਲੀ ਮੱਝ ਦਾ ਦੁੱਧ ਲਿਆ ਤੇ ਸਤਿਗੁਰੂ ਜੀ ਦੇ ਪਾਸ ਚਲਾ ਗਿਆ। ਜਦ ਸਾਹਿਬਾਂ ਨੇ ਦੁੱਧ ਦੇਖਿਆ ਤਾਂ ਸਹਿਜ ਸੁਭਾਅ ਬਚਨ ਕੀਤਾ, ਕਿਉਂ ਸੂਮਿਆ, ਅੱਜ ਅਜ਼ਮਤ ਵੇਖਣ ਵਾਸਤੇ ਆਇਆ ਹੈ ਤੇ ਦੁੱਧ ਕਾਲੀ ਮੱਝ ਦਾ ਲਿਆਇਆ ਹੈ। ਕਰਾਮਾਤ ਦੀ ਆਸ ਨਹੀਂ ਰੱਖਣੀ ਚਾਹੀਦੀ। ਤੂੰ ਤਾਂ ਆਸਾਂ ਦੀ ਪ੍ਰੀਖਿਆ ਲੈਣੀ ਚਾਹੁੰਦਾ ਹੈ। ਇੱਥੇ ਤਾਂ ਇਹ ਧਰਤੀ ਵੀ ਪੂਜਨਿਕ ਹੋ ਜਾਣੀ ਹੈ। ਇਹ ਲੱਖੀ ਜੰਗਲ ਹੈ। ਇੱਥੋਂ ਲੱਖਾਂ ਹੀ ਤਰਨਗੇ ਤੇ ਲੱਖਾਂ ਹੀ ਸਿੰਘ ਸਜਣਗੇ। ਜੇ ਕੋਈ ਸ਼ਰਧਾ ਕਰਕੇ ਆਵੇਗਾ ਸੋ ਤਰੇਗਾ। ਉਹਦੇ ਮਨ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ। ਇਹ ਤੀਰਥ ਪੁਰਾਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਇੱਥੇ ਹੀ ਆ ਕੇ ਚਰਨ ਪਾਏ ਸਨ। ਇੱਥੇ ਜਿਹੜਾ ਸਿੱਖ ਇੰਦਰੀਆਂ ਰੋਕ ਕੇ ਸ਼੍ਰੀ ਜਪਜੀ ਸਾਹਿਬ ਦਾ 1.25 ਲੱਖ ਪਾਠ ਕਰੇਗਾ, ਉਹ ਰਿੱਧੀਆਂ ਸਿੱਧੀਆਂ ਪ੍ਰਾਪਤ ਕਰੇਗਾ। ਅੱਛਾ, ਹੁਣ ਤਾਂ ਤੈਨੂੰ ਖਿਮਾ ਕੀਤੀ ਜਾਂਦੀ ਹੈ। ਅੱਗੇ ਤੋਂ ਕਿਸੇ ਸਾਧੂ ਸੰਤ ਫਕੀਰ ਦੀ ਪ੍ਰੀਖਿਆ ਨਾ ਲਈ। ਪ੍ਰੀਖਿਆ ਲਵੇਂਗਾ ਤਾਂ ਪਛਤਾਏਂਗਾ। ਸੂਮੇ ਦੀਆਂ ਅੱਖਾਂ ਖੁੱਲ੍ਹ ਗਈਆਂ। ਉਹ ਬਹੁਤ ਸ਼ਰਮਿੰਦਾ ਹੋਇਆ। ਉਸਨੇ ਉਸੇ ਵੇਲੇ ਸਤਿਗੁਰੂ ਜੀ ਦੇ ਚਰਨ ਫੜ ਲਏ, ਬੇਨਤੀਆਂ ਕੀਤੀਆਂ, ਮਹਾਰਾਜ ਜੀ ਖਿਮਾ ਕਰੋ, ਭੁੱਲ ਹੋ ਗਈ। ਅਸੀਂ ਅਗਿਆਨੀ ਬੰਦੇ ਜੋ ਹੋਏ, ਮੈਨੂੰ ਮੂਰਖ ਨੂੰ ਸਿੱਧੇ ਰਾਹ ਪਾਓ। ਮੈਂ ਭੁੱਲ ਕੀਤੀ ਹੈ। ਮੇਰੀ ਬਹੁਤ ਵੱਡੀ ਭੁੱਲ ਨੂੰ ਤੁਸੀਂ ਬਖਸ਼ ਲਓ। ਦਾਤਾ ਜੀ ਮੈਨੂੰ ਬਖਸ਼ ਲਓ। ਨਾਲ ਹੀ ਇੱਕ ਹੋਰ ਬੇਨਤੀ ਵੀ ਹੈ। ਸਤਿਗੁਰੂ ਜੀ ਨੇ ਬਚਨ ਕੀਤੇ, ਅਸੀਂ ਸਮਝ ਗਏ। ਜਾ, ਤੇਰੇ ਘਰ ਪੁੱਤਰ ਹੋਵੇਗਾ, ਤੇਰੀ ਕੁਲ ਵਧੇਗੀ। ਘਬਰਾਉਣ ਦੀ ਲੋੜ ਨਹੀਂ। ਵਾਹਿਗੁਰੂ ਨਾਮ ਦਾ ਸਿਮਰਨ ਕਰਿਆ ਕਰ। ਇਉਂ ਸੂਮੇ ਦੇ ਮਨ ਦੀਆਂ ਮੁਰਾਦਾਂ
ਸਤਿਗੁਰੂ ਜੀ ਨੇ ਪੂਰੀਆਂ ਕਰ ਦਿੱਤੀਆਂ ਅਤੇ ਉਹ ਪ੍ਰਸੰਨ ਹੋ ਕੇ ਆਪਣੇ ਘਰ ਨੂੰ ਖੁਸ਼ੀ-ਖੁਸ਼ੀ ਆ ਗਿਆ। ਸੋ ਪਿਆਰੀ ਸਾਧ ਸੰਗਤ ਜੀ, ਇਸ ਪ੍ਰਕਾਰ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਲੱਖੀ ਜੰਗਲ ਖਾਲਸਾ ਦੀ ਮਹਾਨਤਾ ਨੂੰ ਦਰਸਾਇਆ ਅਤੇ ਇਸ ਤੀਰਥ ਤੇ ਪੁੱਜ ਕੇ ਇਸ ਪਾਵਨ ਧਰਤੀ ਨੂੰ ਭਾਗ ਲਾਏ। ਇਹ ਲੱਖੀ ਜੰਗਲ ਖਾਲਸਾ ਸ਼੍ਰੀ ਦਮਦਮਾ ਸਾਹਿਬ ਬਠਿੰਡਾ ਤੋਂ ਤਕਰੀਬਨ 20-25 ਕਿਲੋਮੀਟਰ ਦੀ ਦੂਰੀ ਤੇ ਹੈ। ਜਦੋਂ ਵੀ ਆਪ ਜੀ ਸ਼੍ਰੀ ਦਮਦਮਾ ਸਾਹਿਬ ਜਾਇਆ ਕਰੋ ਤਾਂ ਲੱਖੀ ਜੰਗਲ ਖਾਲਸਾ, ਜਿੱਥੇ ਪਹਿਲੇ ਪਾਤਸ਼ਾਹ ਵੀ ਆਏ ਸਨ, ਇਸ ਪਾਵਨ ਸਥਾਨ ਤੇ ਜਾ ਕੇ ਇਸ ਦੇ ਜ਼ਰੂਰ ਦਰਸ਼ਨ ਕਰਿਆ ਕਰੋ ਤੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।